ਤੇ ਜੇ ਤੇ ਅਸੀਂ ਬੜੀਆਂ ਉਹਨਾਂ ਦੀਆਂ ਮਿੰਨਤਾਂ ਕੀਤੀਆਂ ਨੇ, ਹੱਥ ਪੈਰ ਜੋੜੇ ਨੇ। ਅਸੀਂ 3 ਮਾਹ ਦਾ ਕਿਰਾਇਆ ਨਹੀਂ ਦਿੱਤਾ ਕਿਉਂਕਿ 6000 ਦੇ ਵਿੱਚ ਜਾਂ ਫਿਰ ਅਸੀਂ ਕਿਰਾਇਆ ਦੇ ਲਈਏ ਜਾਂ ਅਸੀਂ ਭਾਈ ਦਾ ਦਵਾਵਾਂ ਵਗੈਰਾ ਦੇ ਪੈਸੇ ਲਾ ਲਈਏ। ਆਂਦੀ ਮੇਰੀ ਗੈਰਤ ਗਵਾਰਾ ਨਹੀਂ ਕਰਦੀ ਕਿ ਮੈਂ ਘਰ ਬਿਮਾਰ ਪਿਆ ਹਾਂ ਤੇ ਮੇਰੀਆਂ ਭੈਣਾਂ ਆਂਦੇ ਨੇ ਨਾ, ਵੀਰੇ ਗਰੀਬ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਤੇ ਅਸੀਂ ਗਰੀਬ ਹਾਂ, ਸਾਡਾ ਵੀ ਕੋਈ ਰਿਸ਼ਤੇਦਾਰ ਨਹੀਂ ਹੈਗਾ। ਤੇ ਉਹਨਾਂ ਅੱਗੋਂ ਇਹੋ ਹੀ ਤਾਣਾ ਦਿੰਦੇ ਨੇ, ਤੁਸੀਂ ਸਾਡੇ ਘਰਾਂ 'ਚ ਰਹਿ ਲਓ, ਅਸੀਂ ਬਾਹਰ ਰਹਿ ਲੈਂਦੇ ਹਾਂ। अस्सलाम वालेकुम जी, मैं हूं फैसल खान सूरी और आप देख रहे हैं एनपीजी मीडिया। नाज़रीन, मेरे साथ 2 बहनें मौजूद हैं जिनके पेरेंट्स वफ़ात पा चुके हैं। इनका एक भाई है और भाई भी शुगर की मर्ज़ में मुब्तला है। शुगर की मर्ज़ होने की वजह से वो डिप्रेशन में जा चुका है और बाज़ दफ़ा उसने ख़ुदकुशी करने की भी कोशिश की है। जब हालात घर के ख़राब हो गए तो हर तरफ से दरवाज़े बंद होना शुरू हो गए। इनके जो मालिक मकान है जहाँ पे ये किराए के घर में रहते हैं, वो मालिक मकान ने भी इनके घर को ताला लगा दिया है, इनका सामान बाहर निकाल दिया है और सिर्फ इस वजह से कि ये तकरीबन 3 माह का किराया नहीं दे पाए। बाकी का मामला इन्हीं से जानते हैं कि किन मुश्किलात से गुजर रही हैं और क्या क्या इनको फेस करना पड़ रहा है। बेटा, क्या हुआ? घर से क्यों निकाला मालिक मकान ने आपको? ਭਾਈ ਉਹਨਾਂ ਦੇ ਘਰ ਤੋਂ ਕੱਢਣ ਦੀ ਸਾਨੂੰ ਵਜ੍ਹਾ ਇਹ ਸੀ ਕਿ ਅਸੀਂ 3 ਮਾਹ ਦਾ ਕਿਰਾਇਆ ਨਹੀਂ ਦੇ ਸਕੇ। ਸਾਡੀ ਬਾਜੀ ਹੈ ਜਿਹੜੀ ਇਹ ਮਸਲ ਕੇ ਕੰਮ ਕਰਦੀ ਹੈ, ਕੋਠੀ ਤੇ ਸਫਾਈਆਂ ਵਗੈਰਾ ਕਰਦੀ ਹੈ ਤੇ ਭਾਈ ਮੇਰਾ ਬਿਮਾਰ ਹੁੰਦਾ ਹੈ, ਉਹਨੂੰ ਸ਼ੂਗਰ ਦਾ ਮਰੀਜ਼ ਹੈ ਤੇ ਮੈਂ ਉਹਦੇ ਕੋਲ ਹੁੰਦੀ ਹਾਂ। ਅਸੀਂ 3 ਮਾਹ ਦਾ ਕਿਰਾਇਆ ਨਹੀਂ ਦੇ ਸਕੇ ਤੇ ਉਹਨਾਂ ਨੇ ਸਾਨੂੰ ਕੱਢ ਛੜਿਆ। ਤੇ ਜੇ ਤੇ ਅਸੀਂ ਬੜੀਆਂ ਉਹਨਾਂ ਦੀਆਂ ਮਿੰਨਤਾਂ ਕੀਤੀਆਂ ਨੇ, ਹੱਥ ਪੈਰ ਜੋੜੇ ਨੇ, ਬਾਜੀ ਤੁਸੀਂ ਸਾਨੂੰ ਕਰੋ ਤਾਂ ਨਾ ਕੱਢੋ, ਕਮ ਸੇ ਕਮ ਸਾਨੂੰ ਘਰ ਤਾਂ ਰਹਿਣ ਦਿਓ, ਘੱਟ ਤੋਂ ਘੱਟ ਅਸੀਂ ਤੁਹਾਡਾ ਕਿਰਾਇਆ ਔਖੇ ਸੌਖੇ ਹੋ ਕੇ ਦੇ ਹੀ ਲਾਂਗੇ। ਉਹਨਾਂ ਕਿਹਾ ਨਹੀਂ, ਤੁਸੀਂ ਹੈ ਹੀ ਗਰੀਬ, ਜੇ ਤੁਹਾਡੇ ਕੋਲ ਆਪਦੇ ਖਾਣ ਨੂੰ ਕੁਛ ਨਹੀਂ ਹੈਗਾ, ਪਾਣ ਨੂੰ ਨਹੀਂ ਹੈਗਾ, ਤੇ ਤੁਸੀਂ ਸਾਨੂੰ ਕਿੱਥੋਂ ਕਿਰਾਇਆ ਦੇਵੋਗੇ। ਅਸੀਂ ਆਖਿਆ ਸਾਨੂੰ ਅੱਲਾ ਵਾਸਤੇ ਘਰ ਰੱਖ ਲਓ। ਉਹਨਾਂ ਕਿਹਾ, ਫਿਰ ਅੱਗੋਂ ਸਾਨੂੰ ਆਂਦੇ ਨੇ ਚਲੋ ਠੀਕ ਹੈ, ਤੁਸੀਂ ਸਾਡੇ ਘਰ ਰਹਿ ਲਓ, ਅਸੀਂ ਬਾਹਰ ਚਲੇ ਜਾਂਦੇ ਹਾਂ। ਫਿਰ ਸਾਡੇ ਘਰ 'ਚ ਤਾਲਾ ਲਾ ਕੇ ਮਸਲ ਕਿ ਚਲੇ ਗਏ ਨੇ ਤੇ ਫਿਰ ਹੁਣ ਅਸੀਂ ਇੰਝ ਹੀ ਬੈਠੇ ਹਾਂ ਤੇ ਨਾ ਹੀ ਕੋਈ ਸਾਡਾ ਕੋਈ ਹੋਰ ਆਸਰਾ ਹੈ ਕਿ ਅਸੀਂ ਕਿੱਧਰ ਜਾਈਏ। एक अफसोस की बात ये है कि मालिक मकान ने भी घर से निकाल दिया और अभी मैं जो चटाई पर बैठा हुआ हूँ, वजह यह है कि इनके घर में 4 पाई तक नहीं है। अंदाज़ा कीजिए, पाकिस्तान में गुर्बत में इजाफ़ा दिन ब दिन होता जा रहा है। यहाँ पे जो हालात हैं उसे देखकर लग रहा है कि इंतहाई मुश्किल वक्त से गुज़र रही हैं ये दोनों बेटियां। और जब ये अपने भाई को उठा कर लेकर जाती हैं वाशरूम, उनकी टांग नहीं है, शुगर की वजह से उनकी टांग काट दी गई और भाई की सेवा यही करती हैं। इंतहाई मुश्किल दिखाई देता है ये वक्त कि भाई की सेवा करना, वो भी भाई बहन करे। मैं इमेजिन भी नहीं कर सकता। मुझे बताओ, कितने अरसे से भाई शुगर की मर्ज़ में मुब्तला है? ਜੀ ਭਾਈ, ਸਾਡਾ ਭਾਈ 3 ਸਾਲ ਤੋਂ ਸ਼ੂਗਰ ਦੇ ਵਿੱਚ ਨਾ, ਮਤਲਬ ਕਿ 5 ਸਾਲ ਹੋ ਗਏ ਨਾ ਸ਼ੂਗਰ ਨੂੰ ਤੇ 3 ਸਾਲ ਹੋ ਗਏ ਨੇ ਲੱਤ ਕੱਟੀ ਨੂੰ। कैसे इलाज करवा रहे हो जब घर के हालात नहीं बेहतर? ਭਾਈ ਪਹਿਲਾਂ ਮਸਨ ਕੇ ਭਾਈ ਨੂੰ ਸ਼ੂਗਰ ਹੋ ਗਈ ਸੀ, ਵਾਲਦੈਨ ਦਾ ਸਾਇਆ ਉਂਝ ਸਿਰ ਤੇ ਨਹੀਂ ਸੀ, ਬਿਮਾਰ ਰਹਿੰਦੇ ਰਹਿ, ਤਬੀਅਤ ਖਰਾਬ ਹੁੰਦੀ ਰਹੀ, ਮਸਨ ਕਿ ਦਵਾਵਾਂ ਦੇ ਵੀ ਪੈਸੇ ਨਹੀਂ ਰਹਿ ਠੀਕ ਹੈ। ਫਿਰ ਉਸ ਤੋਂ ਬਾਅਦ ਇੱਕ ਦਿਨ ਜ਼ਿਆਦਾ ਤਬੀਅਤ ਖਰਾਬ ਹੋ ਗਈ, ਜਨਾਹ ਹਸਪਤਾਲ ਤੁਹਾਨੂੰ ਪਤਾ ਫ੍ਰੀ ਹੁੰਦਾ, ਉੱਥੇ ਅਸੀਂ ਲੈ ਗਏ ਤੇ ਉੱਥੋਂ ਇਲਾਜ ਕਰਵਾਇਆ ਤੇ ਭਾਈ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਸਾਡੀ ਭਾਈ ਮੁਸ਼ਕਿਲ ਮਾਲੀ ਹਾਲਾਤ ਦੀ ਵਜ੍ਹਾ ਤੋਂ ਭਾਈ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤੇ ਉਹਨਾਂ ਦਾ ਮਸਲ ਕਿ ਲੱਤ ਕੱਟ ਦਿੱਤੀ ਗਈ। और भाई ये मसला है कि साड़ी बाजी कोठी ते काम करदी है। बड़ी बहन कोठी में काम करती है? हाँ जी, सफाई वगैरह करदी है, उनदे विच असीं किराया भी देना हुंदा है ते बिल भी आंदा है ते फिर असीं अफोर्ड नहीं कर सकदे। असीं मसन के कितना कमाती है बड़ी बहन? मेरी बाजी 6000 कमा लेंदी है महीने दा, उनदे विच 4500 किराया देना हुंदा है ते वीर बड़ा मुश्किल हालात ने। असीं 3 माह दा किराया नहीं दित्ता क्योंकि 6000 दे विच या फिर असीं किराया दे लईए या असीं भाई ਦਾ ਦਵਾਵਾਂ ਵਗੈਰਾ ਦੇ ਪੈਸੇ ਲਾ ਲਈਏ। ਸ਼ੂਗਰ ਦੇ ਮਰੀਜ਼ ਨੂੰ ਮਸਲ ਕਿ ਟੀਕੇ ਵਗੈਰਾ ਵੀ ਤੇ ਉਂਝ ਵੀ ਦਵਾਵਾਂ ਵਗੈਰਾ ਲਿਆ ਕੇ ਦੇਣੀਆਂ ਪੈਂਦੀਆਂ ਨੇ। ਹੋਰ ਵੀਰੇ ਸਾਡਾ ਅੱਲਾ ਤੋਂ ਇਲਾਵਾ ਕੋਈ ਸਹਾਰਾ ਨਹੀਂ, ਨਾ ਹੀ ਸਾਡੇ ਘਰ ਦਾ ਕੋਈ ਸਮਾਨ ਹੈ। ਅਸੀਂ ਮਸਲ ਕਿ ਭਾਈ ਦਾ ਇਲਾਜ ਕਰਵਾਉਣ ਦੀ ਖਾਤਰ ਅੰਮੀ ਦਾ ਸਮਾਨ ਜਿਹੜਾ ਸੀ ਉਹ ਵੀ ਅਸੀਂ ਵੇਚ ਗਵਾਇਆ ਤੇ ਸਾਡੇ ਕੋਲ ਹੁਣ ਕੁਝ ਵੀ ਨਹੀਂ ਹੈ। भाई की सेवा किस तरह से करते हो? ਭਾਈ ਗੱਲ ਹੈ ਵੀ ਕਿ ਬਾਜੀ ਮੇਰੀ ਕੰਮ ਤੇ ਚਲੀ ਜਾਂਦੀ ਤੇ ਘਰ ਮੈਂ ਹੁੰਦੀ ਹਾਂ, ਅਸੀਂ 2 ਹੀ ਭੈਣਾਂ ਵਾਂ ਤੇ ਭਾਈ ਹੁੰਦਾ ਹੈ ਤੇ ਭਾਈ ਦੀ ਮਸਲ ਕਿ ਵਾਸ਼ਰੂਮ ਵਗੈਰਾ ਵੀ ਆਪ ਲਿਜਾਣਾ ਪੈਂਦਾ। ਭਾਈ ਨੂੰ ਅਸੀਂ ਇਕੱਲੇ ਨਹੀਂ ਛੱਡ ਸਕਦੇ, ਉਹਨਾਂ ਨੂੰ ਸ਼ੂਗਰ ਦਾ ਮਸਲਾ ਹੈ ਕਿਉਂਕਿ ਉਹਨਾਂ ਨੂੰ ਤਕਲੀਫ वगैरह आप लोग चेंज करते हो? ਹਾਂਜੀ ਨਹਿਲਾਨ ਅਸੀਂ ਮਸਲ ਕਿ ਸਾਰਾ ਕੁਛ ਆਪ ਹੀ ਵੇਖਣੀਆਂ ਵਾ ਨਾ। ਭਾਈ ਨੂੰ ਜ਼ਿਆਦਾ ਮਸਲਾ ਹੈ ਤੇ ਫਿਰ ਇਸ ਤੋਂ ਭਾਈ ਉਹਨੂੰ ਅਸੀਂ ਇਕੱਲੇ ਵੀ ਨਹੀਂ ਛੱਡ ਸਕਦੇ ਕਿਉਂਕਿ ਸਾਡਾ ਭਾਈ ਕਦੀ ਕਦੀ ਮਸਲ ਕਿ ਦੁਖੀ ਬਹੁਤਾ ਹੋ ਜਾਂਦਾ ਹੈ। ਤੇ क्या वजह दुखी होने की, क्यों होता है इतना? ਸਾਡਾ ਭਾਈ ਦੁਖੀ ਇਸ ਵਜ੍ਹਾ ਤੋਂ ਹੋ ਜਾਂਦਾ ਕਿ ਮੇਰੀਆਂ 2 ਭੈਣਾਂ ਨੇ, ਮੈਂ ਇਹਨਾਂ ਨੂੰ ਕਮਾ ਨਹੀਂ ਸਕਦਾ। ਮੇਰੀਆਂ ਭੈਣਾਂ ਲੋਕਾਂ ਘਰ ਕੰਮ ਕਰਨ ਜਾਂਦੀਆਂ ਨੇ, ਮੈਨੂੰ ਇਹ ਗੱਲ ਗਵਾਰਾ ਨਹੀਂ ਆ
ਖਾਂਦੀ ਮੇਰੀ ਗੈਰਤ ਗਵਾਰਾ ਨਹੀਂ ਕਰਦੀ ਕਿ ਮੈਂ ਘਰ ਬਿਮਾਰ ਪਿਆ ਹੋਵਾਂ ਤੇ ਮੇਰੀਆਂ ਭੈਣਾਂ ਮਸਨ ਕੇ ਕਮਾਉਣ ਜਾਵਣ ਤੇ ਇਸ ਗੱਲ ਤੋਂ ਬੜੇ ਦੁਖੀ ਰਹਿੰਦੇ ਨੇ। ਬਾਜ਼ ਔਕਾਤ ਉਹਨਾਂ ਦੀਵਾਰਾਂ ਨਾਲ ਸਿਰ ਮਾਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਇਸ ਤੋਂ ਵੀਰੇ ਕਿਸੇ ਨਾ ਕਿਸੇ ਦਾ ਘਰ ਹੋਣਾ ਬੜਾ ਲਾਜ਼ਮੀ ਹੁੰਦਾ ਹੈ ਤੇ ਇਸ ਤੋਂ ਮੈਂ ਘਰ ਰਹਿੰਦੀ ਹਾਂ ਤੇ ਮੇਰੀ ਬਾਜੀ ਕੰਮ ਕਰਨ ਜਾਂਦੀ ਹੈ। क्या उम्र है दोनों बहनों की? ਵੀਰੇ ਮੇਰੀ ਮੇਰੀ ਉਮਰ 21 ਸਾਲ ਹੈ ਤੇ ਮੇਰੀ ਬਾਜੀ ਦੀ ਉਮਰ ਮਤਲਬ ਕਿ 25-26 ਹੈ। भाई की उम्र क्या है? ਬਾਈ ਦੀ ਉਮਰ ਵੀ 35 ਕੁ ਸਾਲ ਹੈ। कितना अरसा हो चुका है माँ बाप को फोत हुआ? 7 साल। किस तरह से ज़िंदगी गुजरी? 7 साल चले गए, जब माँ बाप थे तब कैसी ज़िंदगी थी, अब माँ बाप नहीं रहे तो क्या फ़र्क देखा? ਭਾਈ ਜਦੋਂ ਮਾਂ-ਬਾਪ ਹੁੰਦੇ ਸਨ ਅੱਬੂ ਮਿਹਨਤ ਮਜ਼ਦੂਰੀ ਕਰਦੇ ਸਨ, ਅੱਲਾ ਦਾ ਕਰਮ ਸੀ। ਉਦੋਂ ਬਾਅਦ ਭਾਈ ਵੀ ਠੀਕ ਹੁੰਦੇ ਸਨ, ਠੀਕ ਹੈ ਨਾ। ਉਦੋਂ ਭਾਈ ਵੀ ਕਮਾ ਕੇ ਲਿਆਉਂਦੇ ਸਨ, ਅੱਬੂ ਵੀ ਲਿਆਉਂਦੇ ਸਨ। ਮਸਨ ਕਿਸੇ ਜ਼ਿਆਦਾ ਜਾਇਦਾਦਾਂ ਦੇ ਮਾਲਕ ਨਹੀਂ। हालात बेहतर थे? ਹਾਂਜੀ ਹਾਲਾਤ ਬਿਹਤਰ ਨੇ। ਭਾਈ ਕਮਾਉਂਦੇ ਸਨ, ਅੱਬੂ ਕਮਾਉਂਦੇ ਸਨ, ਦਿਹਾੜੀ ਮਿਹਨਤ ਕਰਦੇ ਸਨ, ਮਜ਼ਦੂਰੀ। ਤੇ ਫਿਰ ਇਸੇ ਕਰਕੇ ਸਾਡੇ ਘਰ ਦਾ ਬਿਲਕੁਲ ਸਕੂਨ ਨਾਲ ਨਿਕਲ ਜਾਂਦਾ ਸੀ। ਮਸਨ ਕੇ ਦਿਨ ਨਿਕਲ ਜਾਂਦੇ ਸਨ। ਜਦੋਂ ਅੱਬੂ ਰੁਖਸਤ ਹੋ ਗਿਆ ਉਦੋਂ ਭਾਈ ਨੂੰ ਸ਼ੂਗਰ ਵੀ ਹੋ ਗਈ। ਹੋਰ ਵੀਰੇ ਬਾਕੀ ਅੰਮੀ ਅੱਬੂ ਦੀ ਟੈਨਸ਼ਨ ਹੁੰਦੀ ਹੈ ਤੇ ਬਾਕੀ ਦੁਨੀਆ ਦੇ ਤਾਨੇ ਜਾਂ 100 ਮਸਲੇ ਮਸਾਇਲ ਹੁੰਦੇ ਨੇ। ਫਿਰ ਇਸੇ ਵਜ੍ਹਾ ਤੋਂ ਸਾਡੇ ਮਸਨ ਕਿ ਅੱਜ ਅਸੀਂ ਇਸ ਹਾਲਤ 'ਚ ਆ ਗਏ ਹਾਂ। ਕੋਈ ਸਾਡੀ ਮਦਦ ਕਰਨ ਵਾਲਾ ਨਹੀਂ, ਕੋਈ ਸਾਨੂੰ ਪੁੱਛਣ ਵਾਲਾ ਨਹੀਂ, ਕੋਈ ਸਾਡੀ ਖਬਰ ਲੈਣ ਵਾਲਾ ਨਹੀਂ। ख़ानदान वाला भी मदद नहीं करता? ਨਹੀਂ ਖਾਨਦਾਨ 'ਚ ਕੋਈ ਆਉਂਦੇ ਨੇ ਨਾ ਵੀਰੇ, ਗਰੀਬ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਤੇ ਅਸੀਂ ਗਰੀਬ ਹਾਂ, ਸਾਡਾ ਵੀ ਕੋਈ ਰਿਸ਼ਤੇਦਾਰ ਨਹੀਂ ਹੈਗਾ। ਕੋਈ ਹਾਲ ਹੀ ਨਹੀਂ ਪੁੱਛਦਾ। ਅੱਬੂ ਦੇ ਵਕਤਾਂ 'ਚ ਅੰਮੀ ਦੇ ਵਕਤਾਂ 'ਚ ਮਹਿਮਾਨ ਆਏ ਰਹਿੰਦੇ ਹੁੰਦੇ ਸਨ, ਸਾਰੇ ਹਾਲ ਚਾਲ ਪੁੱਛਦੇ ਰਹਿੰਦੇ ਹੁੰਦੇ ਸਨ। ਹੁਣ ਕੋਈ ਸਲਾਮ ਵੀ ਨਹੀਂ ਲੈਂਦਾ, ਇਹ ਨਹੀਂ ਪੁੱਛਦਾ ਕਿ ਕਿੱਥੇ ਜੇ ਕਿੱਥੇ ਨਹੀਂ, ਕਿਸੇ ਨੂੰ ਕੋਈ ਖਬਰ ਨਹੀਂ, ਨਾ ਹੀ ਕੋਈ ਕਿਸੇ ਨੂੰ ਸਾਡੇ ਨਾਲ ਕੋਈ ਮਤਲਬ ਹੈ। ਬਾਜੀ ਦਾ ਰਿਸ਼ਤਾ ਹੋਇਆ ਆਪਣਿਆਂ 'ਚ ਕੀਤਾ, ਜਹੇਜ਼ ਨਾ ਹੋਣ ਦੀ ਵਜ੍ਹਾ ਤੋਂ, ਪੈਸੇ ਨਾ ਹੋਣ ਦੀ ਵਜ੍ਹਾ ਤੋਂ ਸਾਨੂੰ ਛੱਡ ਗਿਆ। रिश्ता तोड़ दिया? ਹਾਂਜੀ ਇਸੇ ਵਜ੍ਹਾ ਤੋਂ ਉਹਨਾਂ ਰਿਸ਼ਤਾ ਤੋੜ ਦਿੱਤਾ ਸੀ। बहन, आप जिस घर में काम करती हो, कभी मदद मांगने की कोशिश की उनसे? ਜੀ ਮਦਦ ਮੰਗਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਕੀਤੀ ਨਹੀਂ ਹੈਗੀ। ਸਾਡੀ इनकार कर दिया? ਇਨਕਾਰ ਕਰ ਦਿੱਤਾ, ਸਾਡੀ ਮਦਦ ਨਹੀਂ ਉਹਨਾਂ ਕੀਤੀ। जब गुजारा नहीं हो पाता इन पैसों में जो कमाते हो, तो फिर क्या जहन में आता है, क्या करना चाहते हो? ਵੀਰੇ ਜ਼ਿੰਨ 'ਚ ਕੀ ਆਉਂਦਾ, ਬਸ ਰੱਬ ਦੇ ਅੱਗੇ ਦੁਆ ਕਰ ਸਕਨੇ ਆ ਜਾਂ ਫਿਰ ਮਸਨ ਕੇ ਭਾਈ ਨੂੰ ਵੇਖ ਕੇ ਰੋਣਾ ਆਉਂਦਾ, ਤਕਲੀਫ ਹੁੰਦੀ ਹੈ। ਔਰ ਬਸ ਫਰਿਆਦ ਕਰਨੇ ਆ ਰੱਬ ਅੱਗੇ, ਕਿਉਂਕਿ ਜੇ ਤੇ ਕਿਰਾਇਆ ਮਕਾਨ ਮਾਲਕ ਨੂੰ ਕਹੀਏ ਕਿ ਸਾਡੇ ਵੱਲੇ ਕੋਈ ਤਵੱਜੋ ਦੇ ਦਿਓ, ਸਾਨੂੰ ਘਰ ਦਾ ਕਿਰਾਇਆ ਮਾਫ ਕਰ ਦਿਓ, ਤੇ ਉਹਨਾਂ ਅੱਗੋਂ ਇਹੋ ਹੀ ਤਾਨਾ ਦਿੰਦੇ ਨੇ ਤੁਸੀਂ ਸਾਡੇ ਘਰਾਂ 'ਚ ਰਹਿ ਲਓ, ਅਸੀਂ ਬਾਹਰ ਰਹਿ ਲੈਂਦੇ ਹਾਂ। ਤੇ ਜਿਹੜੇ ਸਾਡੀ ਬਾਜੀ ਕੰਮ ਤੇ ਜਾਂਦੀ ਉਧਰ ਕਰੋ, ਤੇ ਉਹ ਆਉਂਦੇ ਨੇ ਸਾਡੇ ਇੰਨੇ ਮੁਲਾਜ਼ਮ ਨੇ ਤੇ ਹੁਣ ਅਸੀਂ ਹਰ ਕਿਸੇ ਦੀ ਇੰਜ ਕਰਦੇ ਰਹੀਏ ਤੇ ਅਸੀਂ ਆਪ ਰੋਡ ਤੇ ਚਲੇ ਜਾਈਏ। ਭਾਈ ਇੰਜ ਸਾਡੇ ਹਾਲਾਤ ਨਹੀਂ ਤੇ ਇੰਜ ਸਾਡਾ ਗੁਜ਼ਾਰਾ ਹੁੰਦਾ। ਅਸੀਂ ਰਮਜ਼ਾਨ 'ਚ ਰੋਜ਼ੇ ਰੱਖਣ ਵਾਸਤੇ ਸਾਡੇ ਕੋਲ ਕੋਈ ਚੀਜ਼ ਨਹੀਂ, ਇਫਤਾਰੀ ਕਰਨ ਵਾਸਤੇ ਕੋਈ ਚੀਜ਼ ਨਹੀਂ। ਈਦ ਸਿਰ ਤੇ ਆ ਗਈ ਤੇ ਵੀਰੇ ਕੱਪੜੇ ਪਾਉਣ ਵਾਸਤੇ ਨਹੀਂ ਹੈਗੇ, ਫਟੇ ਪੁਰਾਣੇ ਕੱਪੜੇ ਨੇ। ਬਹੁਤ ख़राब ਸਾਡੇ ਹਾਲਾਤ ਨੇ, ਖਾਣ ਨੂੰ ਕੁਛ ਨਹੀਂ ਹੈ। जो हालात थे उस बारे में तो आपने जान लिया कि किन हालात से ये गुज़र रही हैं। और भाई के मेडिसिन लेने के लिए पैसे नहीं होते। नीचे मैं स्क्रीन पे नंबर चला रहा हूँ, इस नंबर पे आप रब्ता कर सकते हैं। इनकी मदद करना चाहते हैं, इनको राशन भेजना चाहते हैं तो आप भेज सकते हैं। रमज़ान का महीना है और रमज़ान के महीने में तो नेकियां समेटने की ज़रूरत होती है। अल्लाह ताला आपके रिस्क में, आपके घर में बरकत डालेगा। और चूँकि हम कोशिश हमारी यही होती है कि रमज़ान का महीना आए और हम बाँटें, तो खैर अगर रमज़ान का महीना ना भी हो तो फिर भी कोशिश किया करें कि गरीबों की ज़रूर मदद किया करें, क्योंकि अल्लाह ताला ने जो आपको रिस्क दिया होता है उसमें से अगर कुछ हिस्सा आप गरीबों में बांट देंगे तो शायद अल्लाह ताला आपका रिस्क दुगना कर दे। इसी के साथ मुझे दीजिए इजाज़त और अपने इर्द गिर्द नज़र रखा करें कि कोई भूखा तो नहीं सो रहा। अल्लाह निगहबान।